ਮਿੰਟੂ ਜੀ, ਮਾਨ ਸਰਕਾਰ ਨੇ ਜਿਹੜਾ ਸਪੈਸ਼ਲ ਇਜਲਾਸ ਕਰਵਾਉਣਾ ਸੀ ਗਵਰਨਰ ਨੇ ਰੱਦ ਕਰ ਦਿੱਤਾ। ਕੀ ਆਖਿਆ ਗਵਰਨਰ ਨੇ? ਬਿਲਕੁਲ ਜੀ, ਇਸ ਵੇਲੇ ਸੌਣ ਦਾ ਟਾਈਮ ਆ, ਖਾਓ ਪੀਆ ਕਹਿੰਦੇ ਕਿ ਢਲ ਚੁੱਕਾ। ਪਰ ਤੁਸੀਂ ਦੇਖੋ ਕਿ ਰਾਜਨੀਤੀ ਦੇ ਜੁਗਨੂ ਜਿਹੜੇ ਆ ਪੂਰੇ ਚਮਕ ਰਹੇ ਆ। ਹੁਣ ਤੋਂ 2-4 ਮਿੰਟ ਪਹਿਲਾਂ ਹੀ ਇੱਕ ਪੀਸੀ ਖਤਮ ਕੀਤੀ ਆਮ ਆਦਮੀ ਪਾਰਟੀ ਨੇ। ਤਾਂ ਸੋਚੋ ਕਿੰਨੀ ਭਿਆਨਕ ਸਥਿਤੀ ਬਣ ਗਈ ਹੈ ਇੱਥੇ ਕੁਝ ਮਹੀਨਿਆਂ ਦੇ ਅੰਦਰ ਅੰਦਰ। ਰਾਜਨੀਤਿਕ ਤੌਰ ਤੇ ਜੇ ਦੇਖੋਗੇ ਉਹ ਲੜਾਈ ਤੇ ਚੱਲਦੀ ਹੋ ਰਹਿੰਦੀ ਆ। ਇੱਥੇ ਹੁਣ ਇੱਕ ਸੰਵਿਧਾਨਕ ਕੌਨਫਲਿਕਟ ਵੀ ਸਟਾਰਟ ਹੋ ਗਿਆ ਕਿਉਂਕਿ ਦੇਖੋ ਪਹਿਲਾਂ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਜੀ ਇਸ ਸਪੈਸ਼ਲ इजलास वास्ते, फिर उन्होंने आज ये मंजूरी वापस ले ली कि नहीं ऐसा नहीं होएगा। कहते ये क्या हुआ, कैसे हुआ, कब हुआ, क्यों हुआ, जब हुआ, तब हुआ, छोड़ो भाई ये साडे नाल क्यों हो रहा है जी। एक पासे ऑपरेशन लोटस के पीड़ित है, दूसरे पासे हुण तुसीं आ चल छाड़ दिता कि असीं जाइए ते जाइए किधर। तां हुण इन्हां ने पीसी कीती, अमन अरोड़ा जी आए ने, वो कहंदे आ कि सानू कुछ भी दिखा दो, किते भी प्रोविजन दिखा दो, किसी नियमावली दे विच दिखा दिओ कि असीं अपना भरोसगी मता नहीं लिया सकदे। किते भी दिखा दो, कॉन्फिडेंस मोशन असीं मूव नहीं कर सकते, किते भी दिखा दो। पर दूसरे पासे देखो बड़ा बड़ा भेड़ हो रहा है जी। राजपाल दा लैटर जारी हो गया और उस तो बाद जेड़े केंद्र सरकार दे एडिशनल सॉलिसिटर जनरल ने सत्यपाल जी वो आ गए कैमरे दे सामने। वो कहंदे कि असीं दसदे हां तुहानूं कि 3 स्थितियां दे विच ही इस तरह दा इजलास बुलाया जा सकदा है। जदों तुसीं सरकार दा गठन करना हुंदा तद जी उदों प्रगटावा हो सकता है कि असीं भाई कॉन्फिडेंस का प्रगटावा करते हैं। जब तुसीं सरकार चला रहे हो तां विशेष सूरत हाल बनती है, कुछ टुट भज हुंदी है, तद तुसीं बुला सकते हो। जां विरोधी धिर नूं किसी मुकाम ते जाके लगदा है कि तुहाडी हुण एकता खिंड रही है, तुहाडे बंदे टुट रहे आ, या तुहाडे विच भरोसा नहीं रहा ओपोजिशन दा कि तुसीं सरकार चला सकदे या बहुमत है, तो उस सूरत च बुला सकते हो जी। अदरवाइज ये इस तरह का कोई तुसी मजमा करने वास्ते नहीं। फिर एक बड़ा बड़ा सवाल होया कि जे नहीं ते दिल्ली दे विच हाल दे दिनां च जेड़ा इसे तरह का इजलास इसे मकसद नाल सद्दिया गया वो किवें हो गया? ਉਹਦੇ ਤੇ ਉਹ ਥੋੜੇ ਜਿਹੇ ਫਸ ਗਏ। ਕਹਿੰਦੇ ਕਿ ਦੇਖੋ ਜੀ ਹੋ ਸਕਦਾ ਉੱਥੇ ਕਿਸੇ ਨੇ ਇਤਰਾਜ਼ ਨਾ ਕੀਤਾ ਹੋਵੇ। ਹੁਣ ਇਤਰਾਜ਼ ਕੀ ਸੀਗਾ? ਇਤਰਾਜ਼ ਇਹ ਆ ਕਿ ਬਈ ਸੁਖਪਾਲ ਖਹਿਰਾ, प्रताप सिंह बाजवा ਅਤੇ ਅਸ਼ਵਨੀ ਸ਼ਰਮਾ, ਭਾਜਪਾ ਵਾਲੇ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਵੀ ਨੇ ਵਿਧਾਇਕ ਵੀ ਨੇ, ਇਹਨਾਂ ਤਿੰਨਾਂ ਨੇ ਹੀ ਲੈਟਰ ਲਿਖਿਆ ਸੀਗਾ ਅੱਜ ਰਾਜਪਾਲ ਨੂੰ। ਵੱਖੋ ਵੱਖਰਾ ਲੈਟਰ ਲਿਖ ਲਓ ਜੀ, ਨੋਟ ਕਰ ਲਓ ਕਿ ਉਹ ਵੱਖਰਾ ਵੱਖਰਾ ਹੈ। ਤਾਂ ਦੂਸਰੇ ਪਾਸੇ ਉਹਦੇ ਚ ਸੁਖਪਾਲ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੇ ਸਵਾਲ ਚੁੱਕੇ ਉਹ ਬੜੇ ਇੰਟਰਸਟਿੰਗ ਸਨ। ਸੁਖਪਾਲ ਖਹਿਰਾ ਹੋਰੀ ਕਹਿੰਦੇ ਕਿ ਇਹ ਨਿਯਮਾਵਲੀ ਦੇ ਵਿੱਚ ਹੈ ਨਹੀਂ, ਪੰਜਾਬ ਦੀ ਨਿਯਮਾਵਲੀ ਦੇ ਵਿੱਚ ਇਦਾਂ ਤਾਂ ਹੈ ਨਹੀਂ ਜੀ ਕਿ ਤੁਸੀਂ ਭਰੋਸਗੀ ਅਲਮਾਤਾ ਲਿਆਓ। ਤੇ ਨਾਲ ਇੱਕ ਚੀਜ਼ ਹੋਰ ਬੜੀ ਦਿਲਚਸਪ ਰਹੀ, ਉਹ ਇਹ ਕਹਿੰਦੇ ਕਿ ਜਿਹੜੇ ਸਪੀਕਰ ਤੇ ਜਿਹੜੇ ਡਿਪਟੀ ਸਪੀਕਰ ਆ ਜੀ, ਮਤਲਬ ਜੈ ਕਿਸ਼ਨ ਰੋੜੀ ਜੀ ਡਿਪਟੀ ਸਪੀਕਰ ਤੇ ਸਪੀਕਰ ਹੋ ਗਏ ਸੰਧਵਾ ਸਾਹਿਬ ਜੀ, ਇਹ ਕਹਿੰਦੇ ਕਿ ਇਹ ਪ੍ਰਧਾਨਗੀ ਕਰ ਹੀ ਨਹੀਂ ਸਕਦੇ ਸਦਨ ਦੀ। ਕਾਰਨ ਇਹ ਉਹ ਕਹਿੰਦੇ ਕਿ ਤਰਨਤਾਰਨ ਦੀ ਕੋਰਟ ਨੇ ਇਹਨਾਂ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਹੋਈਆਂ ਨੇ। ਤਾਂ ਇੱਕ ਕਾਨੂੰਨੀ पेचीदगी ये सामने आ गई। तो बहरहाल बहुत बड़ा मुद्दा बन गया है इस वेले। जे तुसी देखोगे भगवंत मान होरां दा ट्वीट भी आ गया, फेसबुक ते स्टेटस भी आ गया, अरविंद केजरीवाल होरां दा, राघव चड्ढा होरां दा। सब तो इंटरेस्टिंग गल कि जिन्नियां भी ओपोजिशनस ने उन्हां ने सारियां ने एक सारता चुकिया है कि अच्छा होया। लोग भी कुछ कही जांदे सोशल मीडिया ते, कहंदे चंगा होया उत्थे तुसी रौला रप्पा पा के ਤੇ ਕਹਿੰਦੇ ਕਿ ਵੈਸੇ ਸਾਨੂੰ ਤੁਹਾਡੇ ਤੇ ਯਕੀਨ ਆ ਕਿ ਤੁਸੀਂ ਪੂਰੇ ਦੇ ਪੂਰੇ ਹੋਗੇ, ਤੁਹਾਡਾ ਤਾਂ ਸਿੰਗਲਾ ਵੀ ਨਹੀਂ ਟੁੱਟਣਾ, ਸਿੰਗਲ ਵੀ ਨਹੀਂ ਟੁੱਟਣਾ ਜੀ। ਤੁਸੀਂ ਉੱਥੇ ਪੂਰੇ ਦੇ ਪੂਰੇ ਹੋਗੇ, ਸਾਡਾ ਯਕੀਨ ਆ ਉੱਥੇ 60-70 ਲੱਖ ਰੁਪਈਆ ਇੱਕ ਦਿਨ ਦਾ ਉਜਾੜ ਕੇ ਤੇ ਫਿਰ 4-5 ਦਿਨ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦੇਣੋਂ ਨਹੀਂ ਜੀ ਹਟਣਾ ਕਿ ਆ ਦੇਖੋ ਜੀ ਆ ਫੈਵੀਕੋਲ का पक्का जोड़ है, टूटता कोई ना। ਕਹਿੰਦੇ ਫਿਰ ਇਹ ਚੰਗਾ ਹੋਇਆ। ਸੋ ਇਸ ਕਰਕੇ ਰਲਵੇਂ ਮਿਲਵੇਂ ਪ੍ਰਤੀਕਰਮ ਆ ਰਹੇ। ਪਰ मैं ਤੁਹਾਨੂੰ ਇੱਕ ਗੱਲ ਜਿਹੜੀ ਦੱਸਣ ਜਾ ਰਿਹਾ ਕਿ ਹੁਣ ਇਹਦੇ ਵਿੱਚ ਇਸ ਖੇਡ ਦੇ ਵਿੱਚ ਉਹ ਹਿੰਦੀ ਦੇ ਵਿੱਚ ਨਾ ਇੱਕ ਕਹਾਵਤ ਹੈ, ਚੌਬੇ ਜੀ ਗਏ ਥੇ 26 ਜੀ बनने, दुबे जी बनकर रह गए। ਇਹ ਹੁਣ ਕਿਹਦੇ ਨਾਲ ਵਾਪਰਦੀ ਹੈ ਇਹ ਤਾਂ ਪਤਾ ਨਹੀਂ ਹੈ, ਇਹ ਤਾਂ ਸਮਾਂ ਦੱਸੇਗਾ। ਪਰ ਦੇਖੋ ਇੱਕ ਮੁਹਾਜ਼ ਖੁੱਲ ਗਿਆ
ਗਵਰਨਰ ਬਨਾਮ ਸਰਕਾਰ। ਆਪਾਂ ਦੇਖਿਆ ਕਿ ਇਹ ਸਾਰੇ ਰੌਲੇ ਚੱਲੇ ਆ, ਰਾਜਸਥਾਨ 'ਚ ਵੀ ਹੋਇਆ ਸੀਗਾ ਇੱਕ ਵਾਰੀ, ਕੇਰਲ ਦੇ ਵਿੱਚ ਵੀ ਹੋ ਚੁੱਕਾ ਹੈ, ਮਹਾਰਾਸ਼ਟਰ ਦੇ ਵਿੱਚ ਵੀ ਹੋ ਚੁੱਕਾ ਹੈ, ਹੋਰ ਸਟੇਟਾਂ ਦੇ ਵਿੱਚ ਵੀ ਹੋ ਚੁੱਕਾ ਹੈ। ਤੇ ਬਨਵਾਰੀ ਲਾਲ ਪੁਰੋਹਿਤ ਜਿਹੜੇ ਸੀਗੇ ਦੱਖਣ ਚੋਂ ਲਿਆਂਦੇ ਗਏ ਸਨ। ਅਸੀਂ ਉਸ ਵੇਲੇ ਹੀ ਕਿਹਾ ਸੀਗਾ ਕਿ ਇੱਥੇ ਵੇਖਿਓ ਹੁਣ ਮੈਦਾਨ ਭਖਦਾ ਕਿਵੇਂ। ਪਿਛਲੇ ਦਿਨੀ ਇਹਨਾਂ ਦੀਆਂ ਸਰਗਰਮ ਕਾਰਵਾਈਆਂ ਔਰ ਗਰਮਾ ਗਰਮ ਸਟੇਟਮੈਂਟਾਂ ਕਿ ਸਰਕਾਰ ਫੇਲ ਹੈ, ਇਹ ਸਾਰੀਆਂ ਸੰਕੇਤਕ ਸਨ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਣ ਜਾ ਰਿਹਾ। ਤਾਂ ਇੱਥੇ ਕੀ ਹੋਏਗਾ ਅੱਗੇ ਕਿ ਸ਼ਾਇਦ ਇਹਨਾਂ ਦੀ ਟਸਲਬਾਜ਼ੀ, ਜਿਵੇਂ LG ਬਨਾਮ ਗਵਰਨਮੈਂਟ ਆਫ ਦਿੱਲੀ, ਉਹਦਾ ਹੀ ਗਵਰਨਰ ਬਨਾਮ ਗਵਰਨਮੈਂਟ ਆਫ ਪੰਜਾਬ, ਇਸ ਤਰ੍ਹਾਂ ਦੀ ਟਸਲ ਵੇਖਣ ਨੂੰ ਮਿਲ ਸਕਦੀ ਹੈ। ਕਿਉਂਕਿ ਗੱਲ ਇੱਥੇ ਨਹੀਂ ਖਲੋਣੀ ਹੁਣ ਇਹ ਕਾਨੂੰਨੀ ਤੌਰ ਤੇ ਕਦਮ ਕੋਈ ਚੁੱਕੂਗੇ ਕਿ ਨਹੀਂ ਚੁੱਕੂਗੇ, ਪਰ ਰਾਜਨੀਤਿਕ ਤੌਰ ਤੇ ਟਸਲਬਾਜ਼ੀ ਡੈਫੀਨਿਟਲੀ ਅੱਗੇ ਵਧੇਗੀ। ਜੀ ਮਿੰਟੂ ਜੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਸਟੂਡੈਂਟ ਵੱਲੋਂ ਜਿਹੜਾ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ, ਹਲੇ ਚੰਡੀਗੜ੍ਹ ਯੂਨੀਵਰਸਿਟੀ ਵਾਲੀ ਸਿਚੁਏਸ਼ਨ ਉਹਨੂੰ ਲੈ ਕੇ ਉਹ ਜਿਹੜਾ ਕੰਮਕਾਜ ਆ ਉਹ ਚੱਲ ਰਿਹਾ, ਉਹ ਜਿਹੜੀ ਕੰਟਰੋਵਰਸੀ ਬਣੀ ਹੋਈ ਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜਿਹੜਾ ਵਿਦਿਆਰਥੀ ਖੁਦਕੁਸ਼ੀ ਕਰ ਗਿਆ, ਉਹਦਾ ਸੁਸਾਈਡ ਨੋਟ, ਕਹਿੰਦੇ ਸੁਸਾਈਡ ਨੋਟ ਵੀ ਕਿਸੇ ਨੇ ਅੱਗੇ ਉਹਨੂੰ ਫਾੜ ਕੇ ਸੁੱਟ ਦਿੱਤਾ। ਇਹਦਾ ਕੀ ਵੇਰਵਾ ਜੀ ਇਸ ਮਾਮਲੇ ਦਾ? ਬਿਲਕੁਲ, ਇਹਦੇ ਵਿੱਚ ਦੇਖੋ, ਜਦੋਂ ਤੁਸੀਂ ਸੁਸਾਈਡ ਨੋਟ ਦੀ ਫੋਟੋ ਰਿਗਾਰਡ ਕਰੋਗੇ, ਬਿਲਕੁਲ ਜ਼ੂਮ ਕਰਕੇ ਦੇਖੋਗੇ, ਨੇੜਿਓਂ ਦੇਖੋਗੇ, ਤਾਂ ਉਹਦੇ ਉੱਤੇ ਟੇਪ ਲੱਗੀ ਹੋਈ ਹੈ। ਇੱਕ ਵੱਡਾ ਸਵਾਲ ਆ, ਮਰਨ ਵਾਲਾ ਜਿਹੜਾ ਵਿਦਿਆਰਥੀ ਹੈ ਬੇਸਿਕਲੀ ਕੇਰਲ ਤੋਂ ਮਾਪੇ ਪਹੁੰਚ ਕੇ ਦੇਰ ਸ਼ਾਮ, ਤੇ ਉਸ ਸੁਸਾਈਡ ਨੋਟ ਦੇ ਵਿੱਚ ਇੱਕ ਪ੍ਰੋਫੈਸਰ ਦਾ ਨਾਮ ਲਿਖਿਆ ਗਿਆ ਹੈ। ਦਰਅਸਲ ਉਹ ਪ੍ਰੋਫੈਸਰ ਇੱਥੋਂ ਦਾ ਨਹੀਂ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਨਹੀਂ, ਉਹ NIT ਕਾਲੀਕਟ ਦਾ ਹੈ। ਦਰਅਸਲ ਇਹ ਜਿਹੜਾ ਬੱਚਾ ਸੀਗਾ, ਇਹ ਪਹਿਲਾਂ ਉੱਥੇ ਕਾਲੀਕਟ ਦੇ ਵਿੱਚ ਪੜ੍ਹਾਈ ਕਰਦਾ ਸੀਗਾ, ਪਰ ਉੱਥੋਂ ਇਹਨੂੰ ਕਹਿ ਲਓ ਕਿ ਤੋੜ ਦਿੱਤਾ ਗਿਆ ਜਾਂ ਕੱਢ ਦਿੱਤਾ ਗਿਆ, ਕੋਈ ਕਾਰਨ ਰਿਹਾ। ਤੇ ਇਹਦੇ ਸੁਸਾਈਡ ਨੋਟ ਤੋਂ ਤਾਂ ਇਉਂ ਲੱਗਦਾ ਕਿ ਸ਼ਾਇਦ ਬੱਚੇ ਨਾਲ ਉੱਥੇ ਵੀ ਧੱਕਾ ਹੋ ਗਿਆ, ਤਾਂ ਮਾਨਸਿਕ ਤੌਰ ਤੇ ਟੁੱਟਿਆ ਹੋਇਆ ਸੀਗਾ। ਬੀਤੇ ਦਿਨੀ ਇਹਦੇ ਪਰਿਵਾਰ ਵਾਲੇ ਨੂੰ ਛੱਡ ਕੇ ਗਏ ਸੀਗੇ, 2 ਹਫ਼ਤੇ ਪਹਿਲਾਂ ਹੀ ਇੱਥੇ ਆਇਆ ਸੀਗਾ, ਤਾਂ ਫਿਰ ਉਹ ਫਾਹਾ ਲੈ ਕੇ ਤੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ ਹੈ। ਜੀ ਹੁਣ 2 ਬੇਸਿਕ ਸਵਾਲ ਨੇ ਵਿਜੇ ਜੀ। ਇੱਕ ਤੇ ਇਹ ਆ ਕਿ ਸਾਡੇ ਹੋਸਟਲਾਂ 'ਚ ਕੀ ਚੱਲ ਰਿਹਾ, ਚਲੋ ਇਹ ਤੇ ਠੀਕ ਆ, ਪਰ ਮੇਨ ਜਿਹੜੇ 2 ਬੇਸਿਕ ਸਵਾਲ ਨੇ ਕਿ ਉਹ ਜਿਹੜਾ ਸੁਸਾਈਡ ਨੋਟ ਸੀਗਾ ਉਹਦੇ ਉੱਤੇ ਉਹ ਟੇਪ ਕਿਉਂ ਲੱਗੀ ਹੋਈ ਹੈ। ਕਿਉਂਕਿ ਇੱਕ ਥਾਂ ਤੋਂ ਨਹੀਂ, ਮੈਂ ਉਹਨੂੰ ਬੜੇ ਗੌਰ ਨਾਲ ਵੇਖਿਆ, 3-4 ਥਾਂ ਤੋਂ ਫਟਿਆ ਹੋ ਕਿ ਕਿਤੇ ਜਿਵੇਂ ਆਪਾਂ ਹੱਥ ਟੁਕੜੇ ਟੁਕੜੇ ਕਰਕੇ ਸੁੱਟਦੇ ਨੇ, ਮੈਂ ਪਾੜ ਦੇਣਾ ਤਸਵੀਰਾਂ ਨੂੰ, ਵੀ ਜਿੱਦਾਂ ਟੁਕੜੇ ਕੀਤਾ ਹੁੰਦਾ ਹੈ ਜੀ, ਤਾਂ ਇਸ ਤਰ੍ਹਾਂ ਉਹ ਟੇਪ ਲੱਗੀ ਹੋਈ ਹੈ ਟੁਕੜਿਆਂ 'ਚ। ਦੂਜੀ ਚੀਜ਼, ਦੂਜਾ ਵੱਡਾ ਸਵਾਲ ਕਿ ਦੇਖੋ ਇੱਥੇ ਵੀ ਯੂਨੀਵਰਸਿਟੀ ਦਾ ਜਿਹੜਾ ਪ੍ਰਬੰਧਕੀ ਢਾਂਚਾ, ਕਿਉਂਕਿ ਯੂਨੀਵਰਸਿਟੀ ਰਾਜ ਸਭਾ ਦੇ ਮੈਂਬਰ ਦੀ ਹੈ, ਇਹ ਗੱਲ ਨਾ ਭੁੱਲਣਯੋਗ ਆ। ਇਸ ਗੱਲ ਨੂੰ ਦ੍ਰਿਸ਼ਟੀਗੋਚਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਉੱਥੇ ਤੁਹਾਨੂੰ ਪਤਾ ਹੀ ਹੈ, ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਮੇਨ ਸਟ੍ਰੀਮ ਮੀਡੀਆ ਸੀ ਇੱਥੋਂ ਦਾ ਕਿ ਇੱਕ ਕਮਾਲ ਦੀ ਚਲਾਕੀ ਕਰ ਰਿਹਾ ਸੀਗਾ। ਆਫੀਸ਼ੀਅਲੀ LPU ਨੇ ਟਵਿੱਟਰ ਹੈਂਡਲ ਤੋਂ ਇਹ ਗੱਲ ਜਿਹੜੀ ਆ ਉਹ ਸਾਫ਼ ਕਰ ਦਿੱਤੀ ਕਿ ਅਨਫੋਰਚੂਨੇਟਲੀ ਇਹ ਘਟਨਾ ਵਾਪਰ ਚੁੱਕੀ ਹੈ ਜੀ, ਪਰ ਤਾਂ ਵੀ ਉਸ ਯੂਨੀਵਰਸਿਟੀ ਦਾ ਨਾਮ ਨਹੀਂ ਸੀ ਲਿਆ ਜਾ ਰਿਹਾ। ਹਾਲਾਂਕਿ ਪੜਤਾਲਯੋਗ ਵਿਸ਼ਾ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਸੁਸਾਈਡ ਨੋਟ ਅਸਲੀ ਹੈ ਜਾਂ ਕਿਹਨੇ ਪਾੜਿਆ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੋ ਸਕਦੀਆਂ, ਪਰ ਮੀਡੀਆ ਦਾ ਬਹੁਤ ਵੱਡਾ ਹਿੱਸਾ ਨਾ ਲੈਣ ਤੋਂ ਹੀ ਸੰਕੋਚ ਕਰ ਰਿਹਾ ਸੀ। ਮੈਂ ਹਾਸੇ ਚ ਕਿਹਾ, ਮੈਂ ਕਿਹਾ ਯਾਰ ਰਾਜ ਸਭਾ ਦਾ ਮੈਂਬਰ ਕੋਈ ਲਦੇਣ ਥੋੜੀ ਹੈ, ਕੋਈ ਐ ਥੋੜੀ ਕਿ ਬੰਬ ਸੁੱਟ ਦੂਗਾ, ਕੋਈ ਗੱਲ ਨਹੀਂ ਹੈ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜੋ ਨਾ, ਖੜੇ ਰਹੋ, ਤੜੇ ਰਹੋ। ਚਲੋ ਖੈਰ, ਉਹ ਉਹਨਾਂ ਦੇ ਕੰਮ ਕਰਨ ਦੇ ਰੰਗ ਢੰਗ ਨੇ ਅੱਜ ਕੱਲ ਬਈ। ਤੇ ਪਰ ਦੂਸਰੇ ਪਾਸੇ ਵੱਡਾ ਸਵਾਲ ਇਹ ਸੀਗਾ ਕਿ LPU ਨੇ ਇਹ ਗੱਲ ਕਹੀ ਕਿ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਹੋਈ ਹੈ। ਇਹ ਇੱਕ ਬੜਾ ਵੱਡਾ ਸਵਾਲ ਆ ਜੀ, ਕਿਉਂਕਿ ਬਾਅਦ ਦੇ ਵਿੱਚ ਦੁਪਹਿਰ ਤੋਂ ਬਾਅਦ ਇਹ ਸਾਰਾ ਜਿਹੜਾ ਸੁਸਾਈਡ ਨੋਟ ਦਾ ਮਜ਼ਮੂਨ ਸਾਹਮਣੇ ਆਉਂਦਾ ਹੈ, ਪਰ ਉਸ ਤੋਂ ਪਹਿਲਾਂ ਇਹ ਕਿਹਾ ਗਿਆ, ਪੁਲਿਸ ਨੇ ਵੀ ਸ਼ਾਇਦ ਇਹੀ ਕਿਹਾ ਕਿ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਹੋਈ ਆ। ਤਾਂ ਇਹ 2 ਸਵਾਲ ਬੜੇ ਬੇਸਿਕ ਨੇ ਕਿ ਭਾਈ ਸੁਸਾਈਡ ਨੋਟ ਦੇ ਉੱਤੇ ਉਹ ਜਿਹੜੀ ਟੇਪ ਲੱਗੀ ਹੈ, ਜੇ ਉਹ ਨੋਟ ਫਟਿਆ ਤਾਂ ਕਿਸਨੇ ਪਾੜਿਆ। ਤਾਂ ਦੂਜੀ ਚੀਜ਼ ਕਿ ਤੁਸੀਂ ਪਹਿਲਾਂ ਇਹ ਨਿੱਜੀ ਕਾਰਨ ਤਾਂ ਹੈ ਹੀ ਨਹੀਂ ਸੁਸਾਈਡ ਦਾ ਜੀ, ਜਿਹੜਾ ਮੈਂ ਤੁਹਾਨੂੰ ਦੱਸਿਆ। ਉਸ ਬੱਚੇ ਨੇ ਬਕਾਇਦਾ ਕਾਰਨ ਲਿਖਿਆ ਕਿ ਮੈਂ ਇਸ ਬੰਦੇ ਤੋਂ ਜਜ਼ਬਾਤੀ ਤੌਰ ਤੇ ਬਹੁਤ ਇੱਜ਼ਤ ਹੋਇਆ ਪ੍ਰੋਫੈਸਰ ਤੋਂ, ਉਹਨੇ ਤਾਂ ਕਾਰਨ ਲਿਖ ਦਿੱਤਾ, ਉਹਨੇ ਕਾਰਨ ਕੀ ਰਹਿ ਗਿਆ ਜੀ, ਕਾਰਨ ਤਾਂ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਇੱਥੇ ਇੱਕ ਬੱਚੇ ਦਾ ਜੀਵਨ ਖਤਮ ਹੋ ਗਿਆ, ਦੂਸਰੀ ਗੱਲ ਕਿ ਘਰ ਉਜੜ ਗਿਆ। ਤਾਂ ਇਹ 2 ਚੀਜ਼ਾਂ ਦੇ ਜਵਾਬ ਜਿਹੜੇ ਆ ਹੁਣ ਤੁਸੀਂ ਦੇਖ ਲਓ ਕਿ ਦੇਰ ਸ਼ਾਮ ਹੋ ਗਈ,
ਰਾਤ ਪੈ ਗਈ। ਇਹ ਦੋ ਸਵਾਲਾਂ ਦੇ ਜਵਾਬ ਫਿਰ ਉੱਥੇ ਦੇ ਉੱਥੇ ਖਲੋਤੇ ਜਾਂ ਕਹਿ ਲਓ ਕਿ ਆਵਾ ਚਮਕਦੇ ਪਏ ਆ। ਪਰ ਜੋ ਵੀ ਬੜੀਆਂ ਸੈਡ ਕਹਾਣੀਆਂ ਨੇ आदिल मंसूरी ने लिखा सी ना, कोई खुदकुशी की तरफ चल दिया, उदासी की मेहनत ठिकाने लगी। ਤਾਂ ਜਦੋਂ ਇਸ ਤਰ੍ਹਾਂ ਦੇ ਜਿਹੜੇ ਆਪਾਂ ਦੱਸਦੇ ਆ ਕਿ ਸਾਡੇ ਭਵਿੱਖ ਦੇ ਥੰਮ ਨੇ ਜਦੋਂ ਡਿੱਗਦੇ ਨੇ, ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ, ਦੁੱਖ ਬਹੁਤ ਹੁੰਦਾ। ਇੱਥੇ ਵੀ ਸਾਥੀ ਸਟੂਡੈਂਟਾਂ ਨੇ ਪ੍ਰੋਟੈਸਟ ਕੀਤਾ ਪਰ ਉਹਨਾਂ ਤੇ ਫਿਰ ਵੀ ਲਾਠੀਚਾਰਜ ਹੋਇਆ, ਦੱਸਦੇ ਆ ਕਿ ਦੇਰ ਰਾਤ। ਜੀ ਮਿੰਟੂ ਜੀ, ਸਾਬਕਾ ਸਪੀਕਰ ਰਾਣਾ KP ਨੂੰ ਵੀ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਤੇ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਕੀ ਪਤਾ ਲੱਗੀ ਵੀ ਰੀਜ਼ਨ ਕੀ ਆ ਤਲਬ ਕੀਤੇ ਜਾਣ ਦਾ? ਦੇਖੋ ਇਹਨਾਂ ਤੇ ਦੋਸ਼ ਹੈ, ਤੁਹਾਨੂੰ ਯਾਦ ਹੋਏਗਾ ਤੁਸੀਂ ਕਿਉਂਕਿ ਖਬਰਾਂ ਤੇ ਬੜੀ ਬਾਰੀਕ ਬੀਨੀ ਦੇ ਨਾਲ ਨਜ਼ਰ ਰੱਖਦੇ ਹੋ ਕਿ ਇੱਕ ਵਾਰੀ ਚੱਲਦੇ ਸਦਨ ਦੇ ਵਿੱਚ ਹੀ ਇਹਨਾਂ ਤੇ ਦੋਸ਼ ਲੱਗਾ ਸੀਗਾ ਕਿ ਇਹਨਾਂ ਦੇ ਦਾਮਾਦ ਜਵਾਈ ਹੈ ਜਿਹੜੇ ਉਹ ਇਸ ਤਰ੍ਹਾਂ ਕ੍ਰਸ਼ਰ ਵਗੈਰਾ ਚਲਾਉਂਦੇ ਨੇ। ਇਹ ਬੜੇ ਵੱਡੇ ਦੋਸ਼ ਸੀਗੇ। ਚਲੋ ਖੈਰ ਤੁਹਾਨੂੰ ਪਤਾ ਹੀ ਹੈ ਕਿ ਜੋ ਕਾਰਵਾਈ ਸਦਨ ਦੇ ਅੰਦਰ ਹੁੰਦੀ ਉੱਥੇ ਕਿਸੇ ਮੈਂਬਰ ਤੇ ਕੋਈ ਕਾਰਵਾਈ ਵੱਖਰੇ ਤੌਰ ਤੇ ਨਹੀਂ ਕੀਤੀ ਜਾ ਸਕਦੀ। ਠੀਕ ਹੈ ਨਾ, ਕਿਉਂਕਿ ਉੱਥੇ ਤਾਂ ਹੀ ਤੇ ਇੱਕ ਵਾਰੀ ਯਾਦ ਹੋਏਗਾ ਮਨਪ੍ਰੀਤ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਭੋਗ ਦੀਆਂ ਜਲੇਬੀਆਂ ਦਾ ਖੁਲਾਸਾ ਕਰ ਦਿੱਤਾ ਸੀ। ਉਦਾਂ ਉਹ ਇੱਕ ਦੂਜੇ ਤੇ ਨਹੀਂ ਬੋਲਦੇ, ਤੁਹਾਨੂੰ ਯਾਦ ਹੋਏਗਾ। ਖੈਰ ਉੱਥੇ ਇਹਨਾਂ ਦਾ ਦਾਇਰਾ ਖੁੱਲ ਜਾਂਦਾ ਹੈ। ਤਾਂ ਹੁਣ ਕੀ ਹੋਇਆ ਕਿ ਜਿਵੇਂ ਹੀ ਖਬਰਾਂ ਆਈਆਂ, ਆਪਾਂ ਵੀ ਕੱਲ ਖਬਰ ਕੀਤੀ ਸੀਗੀ ਕਿ ਇਹ ਚੱਲੇ ਸੀਗੇ ਸਾਬਕਾ ਸਪੀਕਰ ਸਾਹਿਬ, ਜਾਂਦੇ ਜਾਂਦੇ ਰਹਿ ਗਏ। ਹੁਣ ਕੋਈ ਤਾਂ ਕਹਿੰਦਾ ਕਿ ਕਾਂਗਰਸ ਨੇ ਮੋੜ ਲਿਆ ਤੇ ਕੁਝ ਇਹ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਭਾਜਪਾ ਨੇ ਲਿਆ ਹੀ ਨਹੀਂ। ਉਹ ਕਹਿੰਦੇ ਕਿ ਹਟ ਪਿੱਛੇ ਯਾਰ, ਪਰੇ ਰਹੋ। ਸਾਧੂ ਸਿੰਘ ਧਰਮਸੋਤ ਨਹੀਂ ਲੈਣਾ, ਰਿਜੈਕਟ। ਫਲਾਣਾ ਨਹੀਂ, ਰਿਜੈਕਟ। ਬਈ ਰਿਜੈਕਟਡ ਮਾਲ ਵੀ ਹੋ ਗਿਆ ਵਿੱਚੋਂ। ਉਹ ਕਹਿੰਦੇ ਕਿ ਇਹਨਾਂ ਤੇ ਦੋਸ਼ ਲੱਗੇ ਨੇ। ਬਹਰਹਾਲ ਇਹਨਾਂ ਨੇ ਅੱਜ PC ਕੀਤੀ ਆ, ਇਹ ਜਿਹੜੇ ਸਾਬਕਾ ਸਪੀਕਰ ਸਾਹਿਬ ਆ, ਇਹ ਕਹਿੰਦੇ ਜੀ ਬਦਲਾਖੋਰੀ ਹੋ ਰਹੀ ਆ। ਵੈਸੇ ਮੈਂ ਕਹਿੰਦਾ ਹੁੰਦਾ ਕਿ ਉਹ ਆਂਦੇ ਹੁੰਦੇ ਆ ਨਾ ਪੰਜਾਬੀ ਚ ਇੱਕ ਕਹਾਵਤ ਆ, ਵੈਸੇ ਸਾਰੀਆਂ ਕਹਾਵਤਾਂ ਬੜੀਆਂ ਖੂਬਸੂਰਤ ਹੁੰਦੀਆਂ ਕਿ ਜਿਹੋ ਜਿਹਾ ਦਾਣਾ ਪਿਆ ਉਹੋ ਜਿਹਾ ਘੁੱਗੂ ਚੁਗ ਗਿਆ। ਕਿ ਜਿਹੋ ਜਿਹੀਆਂ ਪਿਰਤਾਂ ਪਾਈਆਂ ਵੱਡਿਆਂ ਨੇ ਰਾਜਨੀਤੀ ਚ, ਉਹ ਕੁਝ ਫਿਰ ਫੋਲੋ ਕੀਤਾ ਜਾ ਰਿਹਾ। ਇਹ ਪਿਰਤਾਂ ਕਿਹਨ ਪਾਈਆਂ ਜੇ ਬਦਲਾਖੋਰੀ ਹੋ ਰਹੀ ਹੈ ਤੁਹਾਡੇ ਮੁਤਾਬਕ? ਤਾਂ ਖੈਰ ਇਹਨਾਂ ਨੇ ਨਾਲ ਇਹ ਵੀ ਦੋਸ਼ ਲਾਇਆ ਕਿ ਦੇਖੋ ਹੁਣ ਮਾਈਨਿੰਗ ਬੰਦ ਆ, ਹਜ਼ਾਰਾਂ ਟਰੱਕ ਨਿਕਲ ਰਹੇ ਆ, ਇਸ ਕਰਕੇ ਮਾਈਨਿੰਗ ਮਿਨਿਸਟਰ ਨੂੰ ਬਰਤਰਫ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਸਾਡੀ ਇਨਕੁਆਇਰੀ ਜਿਹੜੀ ਆ ਉਹ ਬਈ ਪਾਸਿਓਂ ਕਰਵਾਉਣੀ ਚਾਹੀਦੀ ਹੈ। ਇਹਨਾਂ ਨੇ ਆਪਣੀ ਸਫਾਈ ਦੇ ਦਿੱਤੀ। ਫਿਰ ਆ ਗਏ ਮਲਵਿੰਦਰ ਸਿੰਘ ਕੰਗ, ਤੁਹਾਨੂੰ ਪਤਾ ਹੀ ਹੈ, ਜਦੋਂ ਆਉਂਦੇ ਪੱਗ ਪੂਛਵੀਂ ਬੰਨੀ ਹੁੰਦੀ ਆ, ਉਹਨਾਂ ਨੇ ਵਿਦਿਆਰਥੀ ਰਾਜਨੀਤੀ ਚੋਂ ਨਿਕਲੇ ਆ, ਬੜੇ ਕਾਰੀਗਰ ਬੰਦੇ ਆ ਜੀ। ਉਹਨਾਂ ਆ ਕੇ ਕਿਹਾ, ਕਹਿੰਦੇ ਕਿ ਦੇਖੋ ਆ ਐਫੀਡੇਵਿਟ ਦੇਖੋ, ਸਾਡਾ ਨਹੀਂ ਜੇ ਇਹ ਐਫੀਡੇਵਿਟ ਦੇਖੋ, ਇਹਦੇ ਵਿੱਚ ਲਿਖਿਆ ਹੈ ਕਿ ਭਾਈ 3 ਕਰੋੜ ਦਾ ਅਨਸਕਿਉਰਡ ਲੋਨ। ਇਹ ਕੀ ਆ ਬਈ? ਇਹ ਤੇ ਵਿਆਜ ਰਹਿਤ। ਕਹਿੰਦੇ ਸਾਨੂੰ ਤਾਂ ਕੋਈ ਪੰਜੀ ਨਹੀਂ ਦਿੰਦਾ, ਏਦਾਂ ਰੁਪਈਆ ਨਹੀਂ ਦਿੰਦਾ। ਇਹ ਤੁਹਾਨੂੰ 3 ਕਰੋੜ ਦਾ ਕਰਜ਼ਾ ਬਿਨਾਂ ਕਿਸੇ ਸਿਕਿਉਰਿਟੀ ਤੋਂ, ਬਿਨਾਂ ਕਿਸੇ ਵਿਆਜ ਤੋਂ ਕਿਹੜੇ ਨੇ ਦਿੱਤਾ ਹੈ? ਇਹ ਰਿਸ਼ਤਾ ਕਿਆ ਕਹਿਲਾਤਾ ਹੈ ਜੀ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਸਮਨ ਕਰਕੇ ਬੁਲਾਇਆ ਹੈ, ਤਾਂ ਇਹ ਆਉਣ ਵਾਲੇ ਦਿਨਾਂ 'ਚ ਹੋਰ ਮਾਮਲਾ ਭਖੇਗਾ। ਉਧਰ ਦੂਸਰੇ ਪਾਸੇ ਇਹਨਾਂ ਦੇ ਪੁਰਾਣੇ ਸਾਥੀ ਭਾਜਪਾ 'ਚ ਚਲੇ ਗਏ, ਸੁੰਦਰ ਸ਼ਿਆਮ ਅਰੋੜਾ ਸਨਅਤ ਮੰਤਰੀ ਸੀਗੇ, ਉਹਨਾਂ ਤੇ ਵੀ ਕਾਫੀ ਦੋਸ਼ ਆ। ਉਹ ਅੱਜ ਜਾ ਆਏ ਨੇ, 3-4 ਘੰਟੇ ਵਿਜੀਲੈਂਸ ਦੀ ਹਾਜ਼ਰੀ ਭਰ ਆਏ ਆ ਤੇ ਉਹਨਾਂ ਨੂੰ ਪੁੱਛਿਆ ਕਿ ਹਾਂ ਬਾਈ ਤੁਹਾਡੇ ਤੋਂ ਪੁੱਛਗਿੱਛ ਕਾਦੀ ਹੋਏ? ਕਹਿੰਦੇ ਜੀ ਕੁਛ ਨਹੀਂ, ਪ੍ਰਾਪਰਟੀ ਬਾਰੇ ਪੁੱਛਿਆ, ਹੋਰ ਤੇ ਕੁਛ ਨਹੀਂ ਪੁੱਛਿਆ ਮੈਥੋਂ। ਤੇ ਮੈਂ ਕਿਹਾ ਜੀ ਹੋਰ ਤੁਹਾਡੇ ਟੂਥਪੇਸਟ ਬਾਰੇ ਉਹਨਾਂ ਪੁੱਛਣਾ ਸੀ, ਕਿਹੜੀ ਕੰਪਨੀ ਦੀ ਕਰਦੇ ਜੀ ਤੇ ਦਿਨ 'ਚ ਕਿੰਨੀ ਵਾਰੀ ਬੁਰਸ਼ ਕਰਦੇ ਜੀ? ਆਹੀ ਪੁੱਛਣਾ ਕਿ ਆਮਦਨ ਕਿੰਨੀ ਹੈ, ਖਰਚਾ ਕਿੰਨਾ ਹੈ ਤੇ ਬਚਤ ਕਿੰਨੀ ਕੀਤੀ ਜੀ। ਖੈਰ ਵਿਜੀਲੈਂਸ ਜਿਹੜੀ ਹੈ ਪੂਰੀ ਸਰਗਰਮ ਹੈ, ਬਿਜ਼ੀ ਹੈ, ਕਾਫੀ ਸ਼ਡਿਊਲ ਉਹਦਾ ਬਿਜ਼ੀ ਚੱਲ ਰਿਹਾ ਅੱਜ ਕੱਲ। ਮਿੰਟੂ ਜੀ, ਕਿਹੜਾ ਪੁਲਿਸ ਵਾਲਾ ਸੀ ਜਿਹਨੇ ਰੱਜ ਕੇ ਬੜੀ ਗੁੰਡਾਗਰਦੀ ਵਿਖਾਏ, ਕਹਿੰਦੇ ਆਪੇ ਤੋਂ ਬਾਹਰ ਹੋ ਗਿਆ ਸੀ ਤੇ ਹੁਣ ਮਿਨਿਸਟਰ ਵੱਲੋਂ SSP ਨੂੰ ਹੁਕਮ ਦਿੱਤੇ ਗਏ ਨੇ? ਕੀ ਵੇਰਵਾ, ਕਿੱਥੇ ਦੀ ਘਟਨਾ ਇਹ ਤਰਨਤਾਰਨ ਦੀ ਘਟਨਾ ਹੈ ਜੀ। ਉਸ ਥਾਂ ਤੇ ਵੈਸੇ ਤਰਨਤਾਰਨ ਦੇ ਵਿੱਚੋਂ ਇਹ ਘਟਨਾਵਾਂ ਨਿਕਲੀਆਂ। ਤੁਹਾਨੂੰ ਯਾਦ ਹੋਣਾ ਅਕਾਲੀ ਰਾਜ ਦੇ ਵਿੱਚ ਇੱਕ ਔਰਤ ਨੂੰ ਕੁੱਟਿਆ ਗਿਆ ਸੀ ਪੁਲਿਸ ਵੱਲੋਂ, ਤਾਂ ਅਕਾਲੀ ਰਾਜ ਦੀਆਂ ਮੁਸ਼ਕਲਾਂ ਉੱਥੋਂ ਹੀ ਸਟਾਰਟ ਹੋ ਗਈਆਂ ਸੀ, ਯਾਦ ਹੋਣਾ ਤੁਹਾਨੂੰ। ਬਹੁਤ ਜ਼ਿਆਦਾ ਉਹ ਵੀਡੀਓ ਸਰਕੂਲੇਟ ਹੋਇਆ, ਬਹੁਤ ਜ਼ਿਆਦਾ ਲੋਕਾਂ ਨੇ ਮੁਖਾਲਫਤ ਕੀਤੀ। ਤਾਂ ਖੈਰ ਇਸੇ ਥਾਂ ਤੋਂ ਇੱਕ ਇਹ ਵੀਡੀਓ ਨਿਕਲੀ ਹੈ। ਹੁਣ ਇਹਦੇ ਚ ਕੀ ਹੈ ਕਿ ਉਹ ਇੱਕ ਵਿਚਾਰਾ ਕੰਡਕਟਰ ਮੇਰੇ ਅੱਗਾ ਮਾਤੜ ਜਿਹਾ ਆਇਆ ਕਾਬੂ, ਉਹ ਤਗੜਾ ਗਦੈੜ ਜਿਹਾ ਹੈਗਾ ਪੁਲਿਸ ਵਾਲਾ, ਉਹ ਦੇ ਚਪੇੜ ਤੇ ਚਪੇੜ, ਘਸੁੰਨ ਤੇ ਘਸੁੰਨ, ਉਹਨੂੰ ਐ ਇਕੱਠਾ ਕਰੀ ਬੈਠਾ, ਐ ਪਿੰਜੀ ਜਾਂਦਾ ਜਿਵੇਂ ਪਿੰਜਾ ਰੂਹ ਪਿੰਜਦਾ ਹੈ। ਤੇ ਲੋਕਾਂ ਨੇ ਕੋਲ ਖਲੋਤਿਆਂ ਨੇ ਛਡਾਇਆ ਹੈ ਨਹੀਂ, ਕਿਸੇ ਨੇ ਵੀਡੀਓ ਜ਼ਰੂਰ ਬਣਾ ਲਿਆ, ਨਹੀਂ ਤੇ ਉਹਦੀ ਹਰਕਤ ਕੈਦ ਹੀ ਨਹੀਂ ਸੀ ਹੋਣੀ, ਪਤਾ ਹੀ ਨਹੀਂ ਸੀ ਲੱਗਣਾ।
ਅਜੇ ਇਹ ਵੀ ਇੱਕ ਬੈਨੀਫਿਟ ਤਾਂ ਹੈਗਾ ਨਾ ਟੈਕਨੋਲੋਜੀ ਦਾ, ਨਹੀਂ ਤਾਂ ਇਹਨਾਂ ਦੀਆਂ ਹਰਕਤਾਂ ਪਤਾ ਨਹੀਂ ਕਿੰਨੀਆਂ ਕੋ ਹੋਰ ਵੱਧ ਜਾਂਦੀਆਂ। ਤਾਂ ਖੈਰ ਜਦੋਂ ਵੀਡੀਓ ਵਾਇਰਲ ਹੋਇਆ, ਸਵਾਰੀਆਂ ਵੀ ਬੋਲ ਰਹੀਆਂ ਨੇ, ਕਹਿੰਦੇ ਇਸ ਗਰੀਬ ਦਾ ਕਸੂਰ ਹੀ ਕੋਈ ਨਹੀਂ, ਇਹਨੇ ਟਿਕਟ ਮੰਗੀ, ਬੱਸ ਸੀ PRTC ਦੀ। ਹੁਣ ਹੁੰਦਾ ਕੀ ਹੈ ਵਿਜੇ ਜੀ, ਕਿ ਟਿਕਟ ਦਾ ਮਤਲਬ ਪਤਾ ਕੀ ਹੁੰਦਾ ਹੈ, ਕਿ ਜੇ ਤੁਸੀਂ ਪੁਲਿਸ ਮੁਲਾਜ਼ਮ ਹੋ ਤਾਂ ਤੁਹਾਨੂੰ ਇੱਕ ਵੋਚਰ ਦੇਣਾ ਪੈਂਦਾ। ਤੁਹਾਡੇ ਕੋਲ ਨਾ ਟਿਕਟਾਂ ਹੁੰਦੀਆਂ, ਸਰਕਾਰੀ ਮਹਿਕਮੇ ਵੱਲੋਂ ਇੱਕ ਟਿਕਟ ਵਰਗਾ ਵੋਚਰ ਹੁੰਦਾ, ਤੁਸੀਂ ਉਹ ਭਰ ਕੇ ਦੇਣਾ ਹੁੰਦਾ, ਆ ਮੇਰਾ ਨੰਬਰ ਹੈ, ਆ ਮੇਰਾ ਨਾਮ ਆ, ਆ ਲਓ ਜੀ। ਤਾਂ ਕੰਡਕਟਰ ਉਹਨੂੰ ਨੋਟ ਕਰ ਲੈਂਦਾ ਕਿ ਫਲਾਣੇ ਮੁਲਾਜ਼ਮ ਨੇ ਆ ਪੇਟੀ ਨੰਬਰ, ਇਹਨੇ ਇੱਥੋਂ ਤੱਕ ਸਫ਼ਰ ਕੀਤਾ ਹੈ, ਇੱਥੋਂ ਤੱਕ ਸਫ਼ਰ ਕੀਤਾ ਹੈ। ਤਾਂ ਦੇਖੋ ਇਹਦੇ ਚ ਉਹ ਤਾਂ ਡਿਊਟੀ ਕਰ ਰਿਹਾ ਮੁਲਾਜ਼ਮ ਜੀ, ਗਰੀਬ ਆਦਮੀ ਡਿਊਟੀ ਕਰ ਰਿਹਾ, ਤਾਂ ਉਹਨੇ ਫੜ ਕੇ ਉਹਨੂੰ ਛੱਲੀ ਵਾਂਗੂ ਕੁੱਟਿਆ ਉੱਥੇ। ਤਾਂ ਇਸ ਕਰਕੇ ਹੁਣ ਵੀਡੀਓ ਜਦੋਂ ਵਾਇਰਲ ਹੋਇਆ ਤੇ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ, ਇਤਫਾਕਨ ਉਹ ਵੀ ਮਾਝੇ ਤੋਂ ਨੇ ਨਾ, ਲਾਲਜੀਤ ਭੁੱਲਰ ਜੀ, ਤਾਂ ਉਹ ਕਹਿੰਦੇ ਕਿ ਬਈ ਇਹ ਬਿਲਕੁਲ ਗਲਤ ਆ, ਇਹ ਸਾਡੇ ਮੁਲਾਜ਼ਮ ਸਾਡੇ ਜੀਆਂ ਵਰਗੇ ਨੇ, ਸਾਡੇ ਪਰਿਵਾਰ ਦੇ ਮੈਂਬਰ ਨੇ, ਇਸ ਤਰ੍ਹਾਂ ਤੁਸੀਂ ਜ਼ਿਆਦਤੀ ਨਹੀਂ ਕਰ ਸਕਦੇ। ਉਹਨਾਂ ਨੇ SSP ਨੂੰ ਹੁਕਮ ਦਿੱਤੇ ਆ ਕਿ ਬਈ ਇਹ ਬੰਦਾ ਲੱਭੋ ਆਪਣਾ, ਇਸ ਬੰਦੇ ਨੂੰ ਸਬਕ ਸਿਖਾ ਲਓ, ਤੇ ਸਬਕ ਹੁਣ ਸਿੱਖਿਆ ਜਾਏਗਾ, ਜਾਂ ਤਾਂ ਸਸਪੈਂਡ ਕਰ ਦਿੱਤਾ ਜਾਏਗਾ, ਜਾਂ ਹੋ ਸਕਦਾ ਕੋਈ ਮੁਕੱਦਮਾ, ਕਿਉਂਕਿ ਉਹ ਵੀ ਸਰਕਾਰੀ ਡਿਊਟੀ ਤੇ ਹੈ ਨਾ ਮੁਲਾਜ਼ਮ, ਹੋ ਸਕਦਾ ਮੁਕੱਦਮਾ ਹੋ ਜਾਵੇ। ਤਾਂ ਇਹ ਅਕਲ ਇਹਨਾਂ ਨੂੰ ਹੋਣੀ ਚਾਹੀਦੀ ਹੈ ਕਿ ਭਾਈ ਵਰਦੀ ਪਾਉਣ ਦੇ ਨਾਲ ਤੁਸੀਂ ਸੂਬੇਦਾਰ ਨਹੀਂ ਜੇ ਬਣ ਜਾਂਦੇ, ਤੁਸੀਂ ਪਬਲਿਕ ਸਰਵੈਂਟ ਹੋ। ਅਗਲਾ ਪਬਲਿਕ ਸਰਵੈਂਟ ਆ, ਉਹਦੇ ਆਪਣੇ ਫਰਜ਼ ਆ, ਤੁਹਾਡੇ ਆਪਣੇ ਫਰਜ਼ ਆ ਜੀ, ਤੁਸੀਂ ਹਰੇਕ ਬੰਦੇ। ਅੱਛਾ ਹੁਣ ਜਿੱਦਾਂ ਇਹ ਕੁੱਟ ਰਿਹਾ, ਅੱਗੋਂ ਕੋਈ ਤਗੜਾ ਕਨੈਕਟਰ ਹੁੰਦਾ ਤੇ 5-7 ਉਹ ਜੜ ਦਿੰਦਾ, ਫਿਰ ਇਹਨਾਂ ਨੇ ਉਲਟਾ ਕੇਸ ਕਰ ਦੇਣਾ ਸੀਗਾ ਕਿ ਹਾਂ ਜੀ ਸਾਡੀ ਵਰਦੀ ਤੇ ਹਮਲਾ ਹੋ ਗਿਆ ਜੀ, ਪੁਲਿਸ ਦੀ ਡਿਊਟੀ 'ਚ ਵਿਘਨ ਪੈ ਗਿਆ ਜੀ। ਇਹ ਪੁਲਿਸ ਕੈਸੀ ਡਿਊਟੀ ਕਰ ਰਹੀ ਆ ਬਈ ਜੀ, ਵਰਦੀ ਪਾ ਕੇ ਤਾਂ ਕੋਈ ਵੀ ਚੜ ਸਕਦਾ, ਕੰਡਕਟਰ ਨੂੰ ਕੀ ਪਤਾ ਤੂੰ DGP ਹੈ ਵੀ ਕੰਡਕਟਰ ਤੈਨੂੰ ਜਾਣਦਾ ਹੋਏਗਾ ਜੀ, ਕਿੰਨੇ ਹਜ਼ਾਰ ਸਿਪਾਹੀ ਹੈ। ਇਸ ਕਰਕੇ ਇਹਨਾਂ ਨੂੰ ਥੋੜੀ ਅਕਲ ਦੇਣ ਦੀ ਲੋੜ ਆ। ਵੈਸੇ ਉਹੀ ਲੰਮੀ ਚੌੜੀ ਡਿਬੇਟ ਹੋ ਜਾਂਦੀ ਹੈ ਕਿ ਜਿਵੇਂ ਆਪਾਂ US ਦੀ ਪੁਲਿਸਿੰਗ ਸਿਸਟਮ ਨੂੰ ਦੇਖਦੇ ਆ ਕਈ ਪੱਖ ਤੋਂ, ਕਿ ਬਈ ਉਹ ਸਦੀਆਂ ਤੋਂ ਚੱਲੀ ਆਉਂਦੀ ਜਿਹੜੀ ਨਾ ਇੱਕ ਧਾਰਨਾ ਹੁੰਦੀ ਹੈ, ਜਾਂ ਸਦੀਆਂ ਤੋਂ ਚੱਲੀ ਆਉਂਦੀ ਕਈ ਵਾਰ ਜੈਨੇਟਿਕਲੀ ਕੁਝ ਸਮੱਸਿਆਵਾਂ ਦੀ ਇੱਕ ਗੰਢ ਹੁੰਦੀ ਹੈ ਜਿਹੜੀ, ਉਹ ਇੱਕ ਧਿਰ ਨੂੰ, ਹੁਣ ਜਿਵੇਂ ਪੰਜਾਬ ਪੁਲਿਸ ਦਾ ਲਾ ਲਓ, ਚਲੋ ਗੱਲ ਥੋੜੀ ਜਿਹੀ ਲੰਮੀ ਕਰਾਂਗਾ, ਕਿ ਇੱਥੇ ਪਿਛੋਕੜ ਜ਼ਿਆਦਾ ਪੇਂਡੂ ਹੈ, ਤਾਂ ਪੇਂਡੂ ਉਹ ਇੱਕ ਤਬਕਾ ਜਿਹੜਾ ਉਹ ਆਪਣੀ ਸੁਪਰਮੇਸੀ ਰੱਖਦਾ ਤੇ ਦੂਜੇ ਨੂੰ ਸਮਝਣਾ ਹੀ ਕੁਛ ਨਹੀਂ ਹੈ। ਤਾਂ ਇਸ ਕਰਕੇ ਇਹ ਚੀਜ਼ਾਂ ਰਿਫਾਰਮਸ ਚੋਂ ਗੁਜ਼ਰਨੀਆਂ ਚਾਹੀਦੀਆਂ, ਇਹਨਾਂ ਨੂੰ ਟ੍ਰੇਨਿੰਗ ਅੱਛੀ ਦੇਣੀ ਚਾਹੀਦੀ ਹੈ। ਅਦਰਵਾਈਜ਼ ਇਹ ਥਾਣੇਦਾਰ ਨਹੀਂ ਹੁੰਦੇ ਤਾਂ ਕਹਿੰਦਾ ਮੈਂ ਸੂਬੇਦਾਰ ਆ, ਤਾਂ ਸੂਬੇਦਾਰ ਦਾ ਜ਼ਮਾਨਾ ਨਹੀਂ ਹੈਗਾ ਹੁਣ ਤਾਂ ਜੀ। ਮਿੰਟੂ ਜੀ ਇੱਕ ਬਰੀਫਲੀ ਗੱਲ ਦੱਸਿਓ, ਕਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਉੱਪਰ ਨਸ਼ਾ ਵਿਕਵਾਉਣ ਦੇ ਦੋਸ਼ ਲੱਗੇ ਨੇ ਤੇ MLA ਵੱਲੋਂ ਉਹਨਾਂ ਦੋਸ਼ਾਂ ਨੂੰ ਆਫਕੋਰਸ ਨਕਾਰਿਆ ਜਾ ਰਿਹਾ? ਹਾਂਜੀ ਦੇਖੋ, ਇਹ ਜਿਹੜੇ ਦੋਸ਼ ਲੱਗੇ ਨੇ, ਇਹ ਲੱਗੇ ਨੇ ਜਿਹੜੇ ਉੱਥੋਂ ਦੇ ਹੈਗੇ ਬੜੇ ਚਰਚਿਤ ਨੇ। ਵੈਸੇ ਗੋਗੀ ਸਾਹਿਬ ਇਹ ਵੈਸੇ ਉਹ ਪਹਿਲਾਂ ਤੇ ਚੜੇ ਫਿਰਦੇ ਹੁੰਦੇ ਸੀ ਸਕੂਟਰ ਤੇ ਕੰਪੇਨ ਵਾਲੇ ਦਿਨਾਂ 'ਚ, ਜਿਵੇਂ ਹੀ ਕੰਪੇਨ ਖਤਮ ਹੋਇਆ ਜਿੱਤ ਗਏ ਤੇ ਉਹ ਕੀ ਇਹਨੂੰ ਬੋਲਦੇ ਲੈਂਬਰਗਿਨੀ ਉਹ ਕੱਢੀ ਫਿਰਨਾ, ਪੱਤਰਕਾਰ ਦੁਆਲੇ ਬੰਦੇ ਕਹਿੰਦੇ ਯਾਰ ਕਮਾਲ ਦੀ ਗੱਲ, ਇਹ ਕਿੱਥੇ ਲੁਕਾ ਕੇ ਰੱਖੀ, ਕਹਿੰਦਾ ਨਹੀਂ ਇਹ ਮੁੰਡੇ ਦੀ ਸੀ। ਮੈਂ ਕਿਹਾ ਗੇੜੀ ਛੇੜੀ ਮੈਂ ਚੱਲਿਆ ਗੇੜੀ ਤੇ। ਤਾਂ ਇਸ ਤਰ੍ਹਾਂ ਇਹ ਹੋ ਜਾਂਦਾ ਰਾਜਨੀਤੀ 'ਚ। ਤਾਂ ਖੈਰ ਇਹਨਾਂ ਤੇ ਦੋਸ਼ ਲੱਗਾ, ਕੁਛ ਵਿਖਾਵਾ ਵੀ ਹੋਇਆ ਕਿ ਇਹਨਾਂ ਦੀ ਸ਼ਹਿ ਦੇ ਨਾਲ ਇੱਥੇ ਨਸ਼ੇ ਦੀ ਵਿਕਰੀ ਹੋ ਰਹੀ ਹੈ, ਕੁਛ ਸ਼ਰਾਬ ਦੇ ਠੇਕੇ ਨੂੰ ਲੈ ਕੇ ਸਮੱਸਿਆ ਲੁਧਿਆਣੇ ਦੇ ਏਰੀਏ ਦਾ ਹੈ। ਤੇ ਇਹਨਾਂ ਨੇ ਕਿਹਾ ਕਿ ਨਹੀਂ ਬਾਈ ਮੈਂ ਐਸਾ ਕੰਮ ਨਹੀਂ ਕਰਾਂਗਾ, ਤੇ ਨਾਲ ਇਹਨਾਂ ਨੇ ਫੋਨ ਕੀਤਾ ਹੈ ਬਕਾਇਦਾ ACP ਨੂੰ ਕਿ ਇਹ ਵਿਕਰੀ ਵਗੈਰਾ ਜਿਹੜੀ ਆ ਰੋਕੀ ਜਾਣੀ ਚਾਹੀਦੀ ਹੈ। ਦੇਖੋ ਇਹ ਫਰਕ ਹੁੰਦਾ, ਇੱਕ MLA ਉੱਥੇ ਹੋਰ ਨੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਆ, ਸ਼ਾਇਦ ਉਹਨਾਂ ਦਾ ਨਾਮ ਪ੍ਰਾਸ਼ਰ ਸਾਹਿਬ ਆ, ਉਹ ਕੰਮ ਕਰਦੇ ਆ, ਉਹਨਾਂ ਦੀਆਂ ਮੈਂ ਵੀਡੀਓਜ਼ ਦੇਖਦਾ, ਉਹ ਘਰਾਂ 'ਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ, ਇਲਾਜ ਕਰਵਾਉਂਦੇ ਆ, ਡੀ ਐਡਿਕਸ਼ਨ ਸੈਂਟਰਾਂ ਤੱਕ ਲੈ ਕੇ ਜਾਂਦੇ ਆ, ਉਹ ਬਹੁਤ ਵਧੀਆ ਕੰਮ ਕਰਦੇ ਨੇ। ਇਹਨਾਂ ਤੇ ਦੋਸ਼ ਲੱਗ ਰਹੇ, ਪਰ ਦੋਸ਼ ਇਹਨਾਂ ਨੇ ਨਕਾਰੇ ਆ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਦੋਸ਼ ਵੀ ਨਹੀਂ ਲੱਗਣੇ ਚਾਹੀਦੇ। ਤੁਸੀਂ ਜਿੰਨਾ ਚੀਜ਼ਾਂ ਤੇ ਵਾਅਦੇ ਕਰਕੇ ਆਏ ਹੋ ਉਹਨਾਂ ਚੀਜ਼ਾਂ ਤੇ ਕਾਇਮ ਰਹਿਣਾ ਚਾਹੀਦਾ। ਪਰ ਬਹੁਤ ਕੁਛ ਹੈ ਜੀ, ਅਸਮ ਦੇ ਵਿੱਚ 850 ਕਿਲੋਗ੍ਰਾਮ ਗਾਂਜੇ ਨਾਲ ਫੜਿਆ ਗਿਆ, ਨਾਮ ਹੈ ਉਹਦਾ ਗਰੀਬ, ਤੇ ਕਹਿੰਦੇ ਆ ਕਿ ਬਹੁਤ ਨੇੜੇ ਰਿਹਾ ਮੰਤਰੀ ਦੇ, ਉਹ ਕਹ ਲੋ ਕਿ ਗਰੀਬ ਮੰਤਰੀ ਦੇ ਸੀ ਕਰੀਬ। ਹਾਲਾਂਕਿ ਉੱਥੇ ਵੀ ਮੰਤਰੀ ਸਾਹਿਬ ਕਹਿੰਦੇ ਕਿ ਸਾਡੀ ਟੀਮ ਦੇ ਵਿੱਚ ਜੀ ਸਾਡੀ ਜਥੇਬੰਦੀ 'ਚ ਤਾਂ ਕਈ ਆਉਂਦੇ ਜਾਂਦੇ ਆ, ਜੇ ਉਹਨੇ ਕੋਈ ਕੰਮ ਐਸਾ ਵੈਸਾ ਕੀਤਾ ਤੇ ਉਹਨੂੰ ਕਾਨੂੰਨ ਆਪਣੀ ਸਜ਼ਾ ਦੇਵੇ।
ਤੇ ਮੈਂ ਕਿਹਾ ਨਾ ਹੀ ਹਲੇ ਗਰੀਬ ਆ, ਜੇ ਨਾ ਹੀ ਇਹਨੇ ਆਪਣੇ ਨਾਲ ਬੱਬੂ ਅਮੀਰ ਲਿਖਿਆ ਹੁੰਦਾ ਤੇ ਸ਼ਾਇਦ 8.5 ਕੁਆਂਟਲ ਦੀ ਜਗ੍ਹਾ ਤੇ ਇਹਨੇ 850 ਕੁਆਂਟਲ ਲਿਆਉਣਾ ਸੀ ਗਾਂਜਾ ਪਾ ਕੇ ਟਰੱਕ 'ਚ। ਤਾਂ ਗੱਲ ਇਹ ਆ ਕਿ ਭਾਈ ਐਸੇ ਦੋਸ਼ ਜੇ ਸਟਾਰਟਿੰਗ 'ਚ ਲੱਗਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਬਹੁਤ ਔਖਾ ਹੋ ਜਾਏਗਾ ਤੁਹਾਨੂੰ। ਜੀ ਮਿੰਟੂ ਜੀ, ਇਹ ਦੱਸਿਓ, ਪੰਜਾਬ ਅੰਦਰ ਕਹਿੰਦੇ ਕੈਨੇਡਾ ਦੇ ਵੀਜ਼ਿਆਂ ਦੀ ਮੈਨੂਫੈਕਚਰਿੰਗ ਹੋਣ ਲੱਗੀ, ਕੀ ਵੇਰਵਾ ਜੀ ਇਸ ਗੱਲ ਦਾ? ਇਹ ਲੁਧਿਆਣੇ ਦੇ ਵਿੱਚ ਮਾਮਲਾ ਆਇਆ ਜੀ, 7-8 ਲੱਖ ਰੁਪਇਆ ਲਾ ਲਿਆ ਕਿਸੇ ਨੇ। ਕਮਾਲ ਦੀ ਗੱਲ ਹੈ ਕਿ ਉਹ ਕੋਈ ਪ੍ਰੈਸ ਚਲਾਉਂਦਾ ਸੀ ਆਪਣਾ, ਜਿੱਦਾਂ ਉਹ ਹੁੰਦੀ ਨਾ ਪ੍ਰਿੰਟਿੰਗ ਪ੍ਰੈਸ, ਉਹ ਚਲਾਉਂਦਾ ਸੀਗਾ। ਕਿਸੇ ਨੇ ਕਿਹਾ ਹੋਣਾ ਕਿ ਕੈਨੇਡਾ, ਅੱਜ ਕੱਲ ਹਰੇਕ ਬੰਦਾ ਤਾਂ ਬੈਗ 'ਚ ਕੱਪੜੇ ਪਾਈ ਫਿਰਦਾ ਕਿ ਯਾਰ ਕੈਨੇਡਾ ਚੜਾ ਦੇ, ਤਾਂ ਉਹ ਹੁਣ ਕਿਸੇ ਦੇ ਅੜਕੇ ਚੜ ਗਏ। ਤਾਂ ਉਹ ਕਹਿੰਦੇ ਉਹਨਾਂ ਗੱਲ ਹੀ ਕੋਈ ਨਹੀਂ, ਕੋਈ ਚੱਕਰ ਹੀ ਨਹੀਂ ਹੈਗਾ, ਰੁਪਈਆ ਉਹਨਾਂ ਨੇ 8-10 ਲੱਖ ਲਾ ਲਿਆ ਤੇ ਉਹ ਆਪਣੀ ਪ੍ਰੈਸ ਤੋਂ ਹੀ ਉਹ ਵੀਜ਼ਾ ਬਣਾ ਲਿਆ, ਉੱਥੇ ਹੀ ਕਰ ਲਿਆ ਮੈਨੂਫੈਕਚਰ। ਤੇ ਮੈਂ ਕਹਿੰਦਾ ਕਿ ਜਿਹੜੀਆਂ ਤਰੱਕੀਆਂ ਚੱਲ ਰਹੀਆਂ, ਆਈਲੈਸ ਵੀ ਆਪਣਾ ਹੀ, ਵੀਜ਼ਾ ਵੀ ਹੁਣ ਆਪਣਾ ਹੀ, ਇਹਨਾਂ ਨੇ ਤੇ ਜਹਾਜ਼ ਵੀ ਲੱਕੜ ਦੇ ਆਪਣੇ ਹੀ ਤਿਆਰ ਕਰਦੇ ਨੇ, ਵੀ ਇਹ ਵੀ ਡਾ ਦਈਏ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਹਾਲ ਬਣੇ ਆ, ਜਿਹੜੀ ਸੂਰਤ ਹਾਲ ਹੈ। ਸੋ ਕੁਝ ਗ੍ਰਿਫਤਾਰੀਆਂ ਹੋ ਗਈਆਂ ਨੇ, 1-2 ਗ੍ਰਿਫਤਾਰੀਆਂ ਹੋ ਗਈਆਂ, ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਹੁਣ ਇਹ ਵੇਖਿਆ ਜਾ ਰਿਹਾ ਕਿ ਕਿੰਨਿਆਂ ਦੇ ਨਾਲ ਠੱਗੀ ਹੋਈ ਹੈ, ਕਿੰਨਿਆਂ ਦੇ ਨਾਲ ਇਹ ਫਰਾਡ ਹੋਇਆ ਹੈ, ਕਿਸ ਤਰ੍ਹਾਂ ਆਪ ਹੀ ਉੱਥੇ ਛਾਪੇ ਗਏ ਵੀਜ਼ੇ, ਆਪ ਹੀ ਲਾਏ ਗਏ, ਜਾਂ ਕਿੰਨਿਆਂ ਦੇ ਨਾਲ ਕੁਝ ਹੋਰ ਇਸ ਤਰ੍ਹਾਂ ਦੀ ਹੇਰਾਫੇਰੀ ਕੀਤੀ ਗਈ ਆ। ਤਾਂ ਕਾਫੀ ਗੰਭੀਰ ਮਸਲਾ ਹੈ, ਕਿਉਂਕਿ ਇਸ ਟਾਈਮ ਜਦੋਂ ਹੋਰ ਆਪਾਂ ਦੇਖਦੇ ਹਾਂ ਕਿ ਬਾਈ ਵਿਦੇਸ਼ ਦੇ ਵਿੱਚ ਚਲੇ ਜਾਈਏ ਕਿਸੇ ਢੰਗ ਤਰੀਕੇ ਦੇ ਨਾਲ, ਤਾਂ ਇਸ ਤਰ੍ਹਾਂ ਦੇ ਜਿਹੜੇ ਲੋਟੂ ਟੋਲੇ ਆ ਉਹਨਾਂ ਦਾ ਦਾ ਬਹੁਤ ਫੱਬਦਾ ਹੈ। ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਬਾਈ ਲੋਕਾਂ ਨੂੰ ਜਾਗਰਤ ਕਰੇ, ਲੋਕਾਂ ਨੂੰ ਇਹੋ ਜਿਹੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਸਕੰਜਾ ਕੱਸ ਕੇ ਪਾਸੇ ਕਰਕੇ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਦੇ ਨਾਲ ਜੋੜਿਆ ਜਾਵੇ। ਪਰ ਬਹਰਹਾਲ ਬਹੁਤ ਵੱਡੀ ਲੋਟ ਖਸੋਟਿਆ ਇੱਥੇ। ਲੋਟੂ ਟੋਲਾ ਬੜੀ ਦੇਰ ਬਾਅਦ ਸੁਣਿਆ, ਮੈਂ ਵਰਤਿਆ ਕਰੂੰ ਜੀ ਵਰਡ ਇਹ ਹੁਣ ਰੈਗੂਲਰਲੀ। ਜੀ ਲੈ ਲਓ ਤੁਸੀਂ ਮਿੰਟੂ ਜੀ, ਲੋਟੂ ਟੋਲਾ ਨਹੀਂ ਚਾਹੀਦਾ। ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ ਬਿਲਕੁਲ, ਖੁਸ਼ਨੁਮਾ ਮਾਹੌਲ ਦੇ ਵਿੱਚ ਖੁਸ਼ਨੁਮਾ ਖਬਰ। KBC ਤੁਸੀਂ ਕਿਤੇ ਜ਼ਰੂਰ ਦੇਖਿਆ ਹੋਣਾ, ਕੌਣ ਬਣੇਗਾ ਕਰੋੜਪਤੀ, ਦੇਵੀ ਔਰ ਸੱਜਣੋ ਜੀ। ਦੇਖੋ ਅੱਜ ਕੱਲ ਫਰਾਡ ਜਿਹੜੇ ਲੋਟੂ ਟੋਲੇ ਉਹ ਵੀ ਕਾਲ ਕਰਦੇ ਆ ਕਿ ਅਸੀਂ KBC ਤੋਂ ਬੋਲ ਰਹੇ, ਤੁਹਾਡੀ ਲਾਟਰੀ ਨਿਕਲੀ ਹੈ ਜੀ, ਉਹ ਤੁਹਾਡਾ ਭਲਾ ਹੋ ਜਾਏ। ਤਾਂ ਇਹਦੇ ਵਿੱਚ ਵੀ ਬੜੇ ਨਾ ਤੁਹਾਨੂੰ ਇੰਟਰਸਟਿੰਗ ਕਰੈਕਟਰ ਮਿਲ ਜਾਣਗੇ। ਇੱਕ ਬਿਹਾਰ ਦਾ ਬੰਦਾ ਕਰੋੜਪਤੀ ਬਣਿਆ ਸੀ, ਟੀਚਰ ਸੀਗਾ, ਪਰ ਬਾਅਦ ਦੇ ਵਿੱਚ ਰੋਡਪਤੀ ਬਣ ਗਿਆ, ਬਾਅਦ ਚ ਫਿਰ ਸਟਰਗਲ ਕੀਤਾ ਉਸ ਬੰਦੇ ਨੇ, ਤਾਂ ਉਹਦੀ ਲਾਈਫ ਜਰਨੀ ਵੀ ਕਮਾਲ ਦੀ। ਖੈਰ ਇਹਦੇ ਵਿੱਚ ਜਿਹੜਾ KBC 14ਵਾਂ ਚੱਲ ਰਿਹਾ, ਇਹਦੇ ਚ 12ਵੀਂ ਪਾਸ ਕਵਿਤਾ ਚਾਵਲਾ ਜੀ, ਬੀਬੀ ਹੈ ਇਹ, ਇਹਨਾਂ ਨੇ 22 ਸਾਲ ਮਿਹਨਤ ਤੋਂ ਬਾਅਦ, ਕਦੇ ਰਿਜੈਕਸ਼ਨ ਹੋ ਗਏ, ਕਦੇ ਕਾਲ ਨਾ ਲੱਗਿਆ, ਜਿਹੜੇ ਕਿ ਖੁਦ +2 ਹੀ ਕੀਤੀ ਹੋਈ ਪੜ੍ਹਾਈ ਦੀ ਮਾਲਕ ਸਨ, ਇੰਨੀ ਕੁ ਪੜ੍ਹਾਈ ਸੀ ਜੀ, ਤਾਂ 22 ਸਾਲ ਬਾਅਦ ਹੌਟ ਸੀਟ ਤੱਕ ਪਹੁੰਚਦੇ ਔਰ ਕਰੋੜਪਤੀ ਬਣਦੇ ਆ। ਇੰਟਰਸਟਿੰਗ ਗੱਲ ਕਿ ਜਦੋਂ ਇਹ ਜਿੱਤ ਜਾਂਦੇ ਆ ਤਾਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ, ਹੁਣ ਜਿਵੇਂ ਆਮ ਪੁੱਛਿਆ ਜਾਂਦਾ ਕੀ ਕਰੋਗੇ ਇਸ ਪੈਸੇ ਦਾ, ਕੀ ਕਰੋਗੇ। ਦਿਲਚਸਪ ਗੱਲ ਇਹ ਸੀ ਕਿ ਬੀਬੀ ਕਹਿ ਰਹੀ ਸੀ ਕਿਉਂਕਿ ਬੱਚਾ ਜਵਾਨ ਹੋ ਗਿਆ, ਤਾਂ ਉਹਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਸਿਲਾਈ ਕਰਕੇ 20-30 ਰੁਪਏ ਜੋੜ ਕੇ 30 ਸਾਲਾਂ 'ਚ 3,20,000 ਰੁਪਇਆ ਕਮਾਇਆ। ਪਰ ਆ ਜਿਹੜਾ ਮੇਰਾ ਪੀਰੀਅਡ ਸੀ, ਕਿਉਂਕਿ ਮੈਂ ਪਿਛਲੇ 22 ਸਾਲਾਂ ਤੋਂ ਮਿਹਨਤ ਕਰ ਰਹੀ ਸੀ, ਤਾਂ ਇਹਨੇ ਇੱਕੋ ਝਟਕੇ 'ਚ ਮੈਨੂੰ ਕਰੋੜਪਤੀ ਬਣਾਇਆ। ਪਰ ਮੇਰੀ ਇੱਕੋ ਖੁਆਇਸ਼ ਹੈ ਜੀ ਕਿ ਮੈਂ ਜਿੱਦਾਂ ਇੰਨੀ ਜ਼ਿੰਦਗੀ ਗੁਜ਼ਾਰ ਕੇ 3,20,000 ਰੁਪਇਆ ਕਮਾਇਆ, ਮੇਰਾ ਬੱਚਾ ਨਾ ਇਹੋ ਜਿਹਾ ਹੋਵੇ, ਉਹਨੂੰ ਇਹੋ ਜਿਹਾ ਸੰਘਰਸ਼ ਨਾ ਦੇਖਣਾ ਪਵੇ। ਸੋ ਮੈਂ ਇਹ ਪੈਸਾ ਆਪਣੇ ਬੱਚੇ ਦੀ ਪੜ੍ਹਾਈ ਤੇ ਖਰਚ ਕਰਨ ਜਾ ਰਹੀ ਹਾਂ। ਬੜੀ ਵਧੀਆ ਗੱਲ ਲੱਗੀ ਮੈਨੂੰ ਕਿ ਮਾਂ ਕਰੋੜਪਤੀ ਹੋ ਕੇ, ਕਰੋੜਪਤੀ ਨਹੀਂ ਕਹਿਣਾ ਚਾਹੀਦਾ ਵੈਸੇ ਤਾਂ ਹੁਣ, ਤਾਂ ਉਹ ਬੀਬੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਇਹ ਪੈਸਾ ਜ਼ਿਆਦਾਤਰ ਮੈਂ ਆਪਣੇ ਬੱਚੇ ਦੀ ਤਾਲੀਮ ਤੇ ਖਰਚ ਕਰਾਂਗੀ। ਵੈਸੇ 2 ਮੈਸੇਜ ਨੇ ਕਿ ਬੱਚੇ ਦੀ ਤਾਲੀਮ ਜ਼ਰੂਰੀ ਹੈ, ਉਹਨੂੰ ਬੈਂਕ ਬੈਲੈਂਸ ਨਾ ਦਿਓ ਪਰ ਤਾਲੀਮ ਬਹੁਤ ਦਿਓ। ਬੈਂਕ ਬੈਲੈਂਸ ਕਿੱਦਾਂ ਕਮਾਉਣਾ ਹੈ ਉਹ ਆਰਟ ਜ਼ਰੂਰ ਦਿਓ ਜੀ। ਦੂਜੀ ਗੱਲ ਕਿ ਸੁਪਨੇ ਜਿਹੜੇ ਹੈ ਨਾ ਉਹ ਛੱਡੋ ਨਾ, ਉਹ ਕਹਿੰਦੇ ਨਾ ਆਪਣੇ सपनों को कामयाब करने के लिए तड़प होनी चाहिए, सोच तो हर कोई लेता है। क्या बात। सो ਜਿਹੜੀ ਚੀਜ਼ ਸੋਚ ਲਈ ਹੈ ਕੱਲੇ ਸੋਚਣ ਨਾਲ ਨਹੀਂ ਹੋਣੀ, ਤੜਪ ਰੱਖਣੀ ਚਾਹੀਦੀ ਹੈ, ਜਨੂਨ ਰੱਖਣਾ ਚਾਹੀਦਾ, ਇੱਕ ਦਿਨ ਤੁਸੀਂ ਜ਼ਰੂਰ ਅਚੀਵ ਕਰੋਗੇ ਜੀ।